ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਟੂ ਜੀ ਵੈਲਕਮ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਠੀਕ, ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਠੀਕ ਠਾਕ ਹੋ? ਹਾਂਜੀ ਹਾਂਜੀ, ਕਹਿ ਰਹੇ ਬੈਬਲ ਕਾਂਡ ਰੱਜ ਕੇ ਰਾਜਨੀਤੀ ਹੋਈ, ਨਹੀਂ ਹੋਏ ਫਰੇਮ, ਜਿਹੜੇ ਦੋਸ਼ ਨਹੀਂ ਫਰੇਮ ਹੋਏ ਦੋਸ਼। ਇਹ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਇਹਦੇ ਉੱਤੇ ਤਾਂ ਸਾਡੇ ਲਈ ਕੁਝ ਹੋਰ ਹੈ ਨਹੀਂ। ਬਾਕੀ ਰਾਜਨੀਤੀ ਸਾਈਡ ਤੇ ਪਹਿਲਾਂ ਇਹ ਹੈ, ਕੀ ਕਹਿਣਾ ਚਾਹੋਗੇ? ਹਾਂਜੀ, ਨਹੀਂ ਦੇਖੋ, ਰਾਜਨੀਤੀ ਆਪਣੀ ਜਗ੍ਹਾ ਤੇ ਹੈ, ਪਰ ਇਹ ਅਦਾਲਤੀ ਕਾਰਵਾਈ ਹੈ, ਨੂੰ ਆਪਾਂ ਰਾਜਨੀਤੀ ਦੇ ਨਾਲ ਨਹੀਂ ਜੋੜ ਸਕਦੇ। ਨਹੀਂ, ਬਾਕੀ ਰਾਜਨੀਤੀ ਗੱਲਾਂ, ਮੇਰਾ ਕਹਿਣ ਤੋਂ ਭਾਵ ਸੀ ਕਿ ਰਾਜਨੀਤਿਕ ਗੱਲਾਂ ਬਾਹਰ ਹੈ। ਮਿੰਟੂ ਜੀ ਮੇਰਾ ਕਹਿਣ ਤੋਂ ਵੀਰ ਜੀ, ਮੇਰਾ ਕਹਿਣ ਤੋਂ ਭਾਵ ਇਹ ਸੀ ਕਿ ਬਾਕੀ ਰਾਜਨੀਤਿਕ ਗੱਲਾਂ ਸਾਡੇ ਲਈ ਬਾਅਦ ਚ ਨੇ, ਪਹਿਲਾਂ ਇਹ ਹੈ, ਪਹਿਲਾਂ ਇੱਥੇ ਗੱਲ ਕਰ। ਹਾਂਜੀ, ਇੱਥੇ ਰਾਜਨੀਤੀ ਨਹੀਂ ਹੈ। ਕੋਰਟ ਕੰਪਲੈਕਸ ਦੇ ਅੰਦਰ ਦੀ ਜਿਹੜੀ ਕਾਰਵਾਈ ਹੈ ਉਹ ਕੁਝ ਇਸ ਤਰ੍ਹਾਂ ਹੈ, ਮੈਂ ਹੋ ਸਕਦਾ ਮੈਂ ਸਮਝਣ ਦੇ ਵਿੱਚ ਠੀਕ, ਕੋਈ ਗੱਲ ਨਹੀਂ। ਅੱਛਾ, ਇਹਦੇ ਵਿੱਚ ਕੀ ਹੈ ਕਿ ਦੇਖੋ, ਇਹ ਸਾਰਾ ਅਦਾਲਤੀ ਪ੍ਰਕਿਰਿਆ ਦਾ ਹਿੱਸਾ ਹੈ ਕਿ ਚਾਰਜ ਸ਼ੀਟ ਫਾਈਲ ਹੋਗੀ, ਉਸ ਤੋਂ ਬਾਅਦ ਚਾਰਜਸ ਫਰੇਮ ਹੋਣੇ ਹੁੰਦੇ ਆ। ਚਾਰਜਸ ਫਰੇਮ ਦਾ ਮਤਲਬ ਹੈ ਕਿ ਤੁਹਾਨੂੰ ਪਹਿਲੀ ਸੱਟੇ ਮੁਲਜ਼ਮ ਮੰਨਿਆ ਗਿਆ, ਹੁਣ ਤੁਸੀਂ ਸਾਬਤ ਕਰੋ ਕਿ ਤੁਸੀਂ ਬੇਗੁਨਾਹ ਜੀ, ਤਾਂ ਉਹ ਹੁੰਦਾ ਚਾਰਜਸ ਫਰੇਮ ਹੋਣਾ। ਤਾਂ ਬਹਰਹਾਲ ਇੱਥੇ ਜਿਹੜੀ ਚੀਜ਼ ਕੱਲ ਨਿਕਲੀ ਹੈ ਉਹ ਇਹ ਆ ਕਿ ਸੁਣਵਾਈ ਦੇ ਦੌਰਾਨ ਚਾਰਜਸ ਫਰੇਮ ਨਹੀਂ ਹੋਏ। ਚਾਰਜਸ ਫਰੇਮ ਨਹੀਂ ਹੋਏ ਕਿਉਂਕਿ ਇਹਦੇ ਵਿੱਚ IG ਜਿਹੜੇ ਉਮਰਾਨ ਨੰਗਲ, ਫਿਰ ਚਰਨਜੀਤ ਸ਼ਰਮਾ, ਵਿਕਰਮਜੀਤ, ਇੰਸਪੈਕਟਰ ਕੁਲਾਰ, ਮਤਲਬ ਕਿ ਸਾਰੇ ਜਿਹੜੇ ਸੀਗੇ ਉਹ ਇਹਦੇ ਵਿੱਚ ਕਿਤੇ ਨਾ ਕਿਤੇ ਕਹਿ ਲਓ ਕਿ ਮੁਲਜ਼ਮ ਬਣਾਏ ਗਏ ਨੇ, ਜਿਹੜੇ ਉਹਨਾਂ ਦੇ ਖਿਲਾਫ ਦੋਸ਼ ਜਿਹੜੇ ਆ ਉਹ ਆਇਦ ਹੋਣੇ ਸੀਗੇ, ਚਾਰਜਸ ਫਰੇਮ ਹੋਣੇ ਸੀ। ਪਰ ਇੱਥੇ ਜਿਹੜਾ ਡਿਫੈਂਸ ਨੇ ਕੁਛ ਜਿਹੜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੰਬੰਧਿਤ ਮਾਮਲੇ ਚੱਲ ਰਹੇ ਉਹਨਾਂ ਦਾ ਜ਼ਿਕਰ ਕੀਤਾ। ਦੂਜੀ ਗੱਲ ਕਹੀ ਕਿ ਅਸੀਂ ਮਤਲਬ ਕਿ ਬੇਨਤੀ ਕਰਦੇ ਹਾਂ ਕਿ ਜਲਦਬਾਜ਼ੀ ਨਾ ਕੀਤੀ ਜਾਵੇ ਇਸ ਕੇਸ ਦੇ ਵਿੱਚ। ਤਾਂ ਤੀਜੀ ਚੀਜ਼ ਜਿਹੜੀ ਉਹਨਾਂ ਨੇ ਕਹੀ ਉਹ ਬੜੀ ਸੋਲਿਡ ਸੀ, ਉਹਨਾਂ ਦਾ ਸਟਾਕ ਬੜਾ ਸੋਲਿਡ ਰਿਹਾ। ਉਹਨਾਂ ਨੇ ਕਿਹਾ ਕਿ ਦੇਖੋ, ਪਿਛਲੀ ਸੁਣਵਾਈ ਦੇ ਦੌਰਾਨ ਜੋ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਜ਼ਖਮੀ ਤੇ ਜਿਹੜੇ ਪੀੜਤ ਪੁਲਿਸ ਕਰਮਚਾਰੀ ਸੀ, ਉਹਨਾਂ ਦੇ ਪੱਖ ਦੇ ਵਿੱਚ ਅਦਾਲਤੀ ਕਾਰਵਾਈ ਜਿਹੜੀ ਹੈ ਉਹਨੇ ਸ਼ਾਮਲ ਕੀਤੀ ਗਈ ਸੀ। ਉਸ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਹੋਈ। ਮਤਲਬ ਕਿ ਸਾਫ਼ ਤੌਰ ਤੇ ਜੋ ਦੂਸਰੇ ਪਾਸੇ ਦੀ ਕਹਾਣੀ ਹੈ, ਕਿਉਂਕਿ ਦੇਖੋ ਇਹ ਤਾਂ ਹੁਣ ਆਪਣਾ ਚਲੋ ਆਪਦਾ ਪੁਆਇੰਟ ਆਫ ਵਿਊ ਹੁੰਦਾ ਤੇ ਕਹਾਣੀਆਂ ਜਿਹੜੀਆਂ ਤੁਹਾਨੂੰ ਪਤਾ ਪੁਲਿਸ FIR ਦੇ ਮੁਤਾਬਕ ਚੱਲਦੀਆਂ ਅਦਾਲਤ ਦੇ ਵਿੱਚ, ਤਾਂ ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਕਿ ਜੇ ਤੁਸੀਂ ਦੇਖੋਗੇ ਓਵਰਆਲ, ਮੈਂ ਤੁਹਾਨੂੰ ਸਮਝਾ ਦੇਣਾ ਕਿ ਕਹਾਣੀ ਕੀ ਬਣਨੀ ਹੈ ਸਾਲ ਜਾਂ 2 ਸਾਲ ਨੂੰ 4 ਸਾਲ ਨੂੰ, ਕਿ ਪੁਲਿਸ ਕਹੇਗੀ ਜਾਂ ਪੁਲਿਸ ਕਹਿ ਰਹੀ ਹੈ ਕਿ ਉੱਥੇ ਜੋ ਇਕੱਠ ਸੀਗਾ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ। ਕਿ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ, ਸੈਲਫ ਡਿਫੈਂਸ ਦੇ ਵਿੱਚ ਇਹ ਕਾਰਵਾਈ ਕਰਨੀ ਪਈ। ਇਹ ਅੱਜ ਨਹੀਂ ਕੱਲ ਤੁਹਾਨੂੰ ਇਹ ਖਬਰ ਮਿਲੇਗੀ, ਇਹ ਅੱਜ ਨਹੀਂ ਕੱਲ ਨੂੰ ਤੁਹਾਨੂੰ ਇਹ ਖਬਰ ਮਿਲੇਗੀ ਕਿ ਇਹ ਜਿਹੜਾ ਮਤਲਬ ਕਿ ਉਹਨਾਂ ਦਾ ਪੱਖ ਆ, ਦੂਸਰਾ ਪੱਖ ਆ ਕਿ ਇਨੋਸੈਂਟ ਬੰਦੇ ਮਾਰੇ ਗਏ ਆ। ਤਾਂ ਉੱਥੇ ਲੜਾਈ ਹੋਏਗੀ ਐਵੀਡੈਂਸ ਦੀ, ਜਾਂ ਉੱਥੇ ਲੜਾਈ ਹੋਏਗੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਕਿ ਕੌਣ ਸੱਚਾ ਹੈ ਕੌਣ ਝੂਠਾ ਹੈ। ਤਾਂ ਇਹਨਾਂ ਨੇ ਜਿਹੜਾ ਗਰਾਊਂਡ ਦਿੱਤਾ ਹੈ ਕਿ ਤੁਸੀਂ ਆਪ ਹੀ ਤਾਂ ਕਿਹਾ ਸੀਗਾ ਕਿ ਜਿਹੜੀ ਦੂਜੀ ਧਿਰ ਆ ਉਹਦੇ ਬਿਆਨਾਂ ਵੀ ਜਿਹੜੇ ਆ ਉਹ ਸ਼ਾਮਲ ਕਰੋ ਵਿੱਚ। ਮਤਲਬ ਦੂਜੀ ਧਿਰ ਕੀ ਹੋਗੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪੁਲਿਸ ਵਾਲੇ ਇਹ ਕਹਿ ਰਹੇ ਨੇ ਤਥਾਕਥਿਤ ਤੌਰ ਤੇ ਕਿ ਹਾਂ ਭਾਈ ਸਾਡੇ ਵੀ ਬੰਦੇ ਜ਼ਖਮੀ ਹੋਏ, ਉਸ ਹਾਲਤ ਦੇ ਵਿੱਚ ਇਹ ਸਾਰਾ ਕੁਛ ਕਰਨਾ ਪਿਆ, ਅਦਰਵਾਈਜ਼ ਭੀੜ ਸਾਨੂੰ ਮਾਰ ਦੇਣਾ। ਸੋ ਇਸ ਕਰਕੇ ਉਹ ਫਿਰ ਜਿਹੜੀ ਤਾਰੀਖ ਆ ਉਹ ਅੱਗੇ ਪੈ ਗਈ ਤੇ ਤਕਰੀਬਨ ਹੁਣ ਮੰਨ ਕੇ ਚੱਲੋ ਕਿ ਨਵੰਬਰ ਦਾ ਮਹੀਨਾ ਨਿਕਲ ਗਿਆ, ਕਿਉਂਕਿ ਅਗਲੀ ਸੁਣਵਾਈ ਇਹਨਾਂ ਨੇ 26 ਮੁਕਰਰ ਕੀਤੀ ਹੈ। ਤੇ ਜੋ ਹੋਇਆ ਮੈਂ ਤੁਹਾਨੂੰ ਸਮਝਾਉਣ ਦਾ ਯਤਨ ਕੀਤਾ, ਹਰੇਕ ਦਾ ਆਪੋ ਆਪਣਾ ਨਜ਼ਰੀਆ, ਹਰੇਕ ਬੰਦਾ ਆਪਣੀ ਰਾਏ ਬਣਾ ਸਕਦਾ। ਤਾਂ ਪੁਲਿਸ ਨੇ ਇੱਥੇ ਵੀ ਇੱਕ ਤਰ੍ਹਾਂ ਨਾਲ ਕਹਿ ਲਿਓ ਕਿ ਉਹੀ ਚੀਜ਼ ਜਿਹੜੀ ਕੋਟਕਪੂਰੇ ਦੇ ਵਿੱਚ ਆਪਾਂ ਦੇਖਿਆ ਤੇ ਜਿਹਦੀ ਬਿਨਾਂ ਤੇ ਜਾ ਕੇ ਰਿਪੋਰਟ ਡਿੱਗ ਪਈ ਸੀ ਤੇ ਦੂਜੀ ਧਿਰ ਦੇ ਤੁਸੀਂ ਬਿਆਨ ਸ਼ਾਮਲ ਨਹੀਂ ਕੀਤੇ ਜਿਹੜੇ ਪੁਲਿਸ ਵਾਲੇ ਜ਼ਖਮੀ ਹੋਏ ਨੇ। ਤਾਂ ਇੱਥੇ ਵੀ ਪੁਲਿਸ ਨੇ ਉਹੀ ਚੀਜ਼ ਜਿਹੜੀ ਆ ਕਹਿ ਲਓ ਕਿ ਇਨ ਦੀ ਐਂਡ ਕਰ ਦਿੱਤੀ ਹੈ ਕਿ ਭਾਈ ਸਾਡੀ ਜਿਹੜੀ ਧਿਰ ਆ, ਪੀੜਤ ਧਿਰ ਅਸੀਂ ਵੀ ਆ, ਤਾਂ ਸਾਡੀ ਵੀ ਜਿਹੜੀ ਸਟੇਟਮੈਂਟ ਹੈ ਜਾਂ ਜੋ ਵੀ ਸਾਡੀ ਕਹਾਣੀ ਹੈ ਉਹ ਸ਼ਾਮਲ ਕੀਤੀ ਜਾਵੇ। ਤਾਂ ਅਦਾਲਤ ਨੇ ਇਸ ਚੀਜ਼ ਨੂੰ
ਮੰਨਦੇ ਆ ਕਿਉਂਕਿ SIT ਦੇ ਟਾਈਮ ਲੈ ਲਿਆ ਕਿ ਸਾਨੂੰ ਥੋੜਾ ਟਾਈਮ ਦੇ ਦਿਓ, ਅਸੀਂ ਉਹ ਕਾਰਵਾਈ ਪੂਰੀ ਕਰਨ ਲਈ ਥੋੜਾ ਟਾਈਮ ਮੰਗਦੇ ਆ। ਉਹਨਾਂ ਨੇ ਟਾਈਮ ਦਿੰਦਿਆ 26 ਨਵੰਬਰ ਕਹਿਤਾ। ਨਵੰਬਰ ਦਾ ਮਤਲਬ ਕਿ ਇਹ ਮਹੀਨਾ ਨਿਕਲ ਗਿਆ। ਮੈਂ ਜਿਵੇਂ ਤੁਹਾਨੂੰ ਕਿਹਾ ਸੀਗਾ ਕਿ ਚਾਰਜਸ ਫਰੇਮ ਹੁੰਦੇ ਆ, ਚਾਰਜਸ ਦਾਖਲ ਹੁੰਦੇ ਆ, ਤਕਰੀਬਨ ਮੈਨੂੰ ਜੋ ਲੱਗਦਾ ਹੈ ਕਿ ਆਹ ਸਾਲ ਨਿਕਲ ਜਾਣਾ ਇਹ ਸਾਰੀਆਂ ਪ੍ਰਕਿਰਿਆਵਾਂ ਚ। ਉਸ ਤੋਂ ਬਾਅਦ ਗਵਾਹੀਆਂ ਹੁੰਦੀਆਂ ਨੇ, ਉਸ ਤੋਂ ਬਾਅਦ ਜਿਹੜਾ ਹੁੰਦੀ ਆ ਤਾਂ ਲੱਗਦਾ ਇਹ ਹੁਆ ਕਿ 5 ਸਾਲ ਸਰਕਾਰ ਤੇ ਨਹੀਂ ਲੈ ਗਏ। ਮੇਰੇ ਨਾਲ ਕਾਲਰ ਨੇ ਸੈੱਲ ਫੋਨ ਤੇ ਆਈ ਥਿੰਕ ਸੋ ਲਾਈਨ ਦੀ ਔਨ ਦੀ ਏਅਰ ਲੈ ਰਹੇ ਹਾਂ ਜੀ। ਵੈਲਕਮ ਜੀ। ਹੈਲੋ ਹੈਲੋ ਵੀਰੇ, ਸਤਿ ਸ਼੍ਰੀ ਅਕਾਲ। ਗੋਲਡੀ ਜੀ ਸਵਾਲ ਕਰਨਾ ਵੀਰੇ? ਚਲੋ ਜੀ ਆਫ ਦੀ ਏਅਰ ਲਾਇਓ ਪਲੀਜ਼। ਪਰ ਮੈਂ ਵੀਰੇ ਸ਼ੋਅ ਕਰਦਾ ਪਿਆ ਲਾਈਵ ਸ਼ੋਅ, ਤੁਸੀਂ 10 ਮਿੰਟ ਬਾਅਦ ਕਰ ਸਕਦੇ ਆ, ਅੱਧਾ ਘੰਟਾ। ਹਾਂ ਥੈਂਕ ਯੂ ਜੀ। ਵਾਇਸ ਆਫ ਸਿਟੀ 1320 AM ਤੇ ਮੈਂ ਸੋਚਿਆ ਕਿ ਕਿਸੇ ਨੇ ਕੁਐਸਚਨ ਕਰਨਾ ਜੀ। ਵਾਇਸ ਆਫ ਸਿਟੀ 1320 AM 905 813 1320 ਤੇ ਤੁਸੀਂ ਕਾਲ ਕਰ ਸਕਦੇ ਹੋ ਅਗਰ ਤੁਹਾਡਾ ਕੋਈ ਕੁਐਸਚਨ ਹੈ। 9058131320। ਮੈਨੂੰ ਜਿਹੜਾ ਅਗਲਾ ਕੁਐਸਚਨ ਹੈ, ਵੈਸੇ ਮਤਲਬ ਸਾਡੀ ਜਿਹੜੀ ਤਹਿਜ਼ੀਬ ਹੈ ਨਾ, ਉਹ ਸਾਨੂੰ ਕਹਿੰਦੇ ਸੋ ਘੁੰਮਣ ਦਾ ਆਖੀਏ ਜਿੱਤ ਜਮੇ ਰਾਜਾਨ। ਪਰੰਤੂ ਅੱਜ ਦੇ ਸਮੇਂ ਦੇ ਵਿੱਚ ਜੋ ਕੁਝ ਬੀਬੀਆਂ ਜਿਹੜੀਆਂ ਨੇ ਉਹ ਗੁੱਲ ਖਿਲਾ ਰਹੀਆਂ ਨੇ, ਇਹਨੇ ਜਿਸ ਤਰੀਕੇ ਨਾਲ ਦੇਸ਼ ਦੇ ਭਾਰਤ ਦੇ ਜਿੰਨੇ ਵੀ ਸ਼ਹੀਦ ਹੋਏ ਨੇ ਦੇਸ਼ ਦੀ ਆਜ਼ਾਦੀ ਵਾਸਤੇ, ਜਿਨ੍ਹਾਂ ਨੇ ਵੀ ਸਮੇਂ ਦੇ ਸਮੇਂ ਕੁਰਬਾਨੀਆਂ ਕੀਤੀਆਂ ਨੇ ਆਜ਼ਾਦੀ ਲਈ, ਹਾਂਜੀ, ਉਹ ਕੱਲੀ ਆਜ਼ਾਦੀ ਮਤਲਬ ਇਹ ਨਹੀਂ ਕਿ ਅੰਗਰੇਜ਼ਾਂ ਤੋਂ ਉਸ ਤੋਂ ਪਹਿਲਾਂ ਦੀ ਵੀ ਆਜ਼ਾਦੀ ਦੀ ਗੱਲ ਕਰੀਏ ਤਾਂ ਜਿੰਨੇ ਵੀ ਮਹਾਰਥੀ ਹੋਏ ਨੇ ਸਾਰਿਆਂ ਨੂੰ ਸਾਈਡ ਤੇ ਲਾ ਕੇ ਤੇ ਜਿਹੜੀ ਗੱਲ ਕੀਤੀ ਹੈ ਉਹ ਉਹਨਾਂ ਦੀ ਤੋਹੀਨ ਹੈ। ਤੋਹੀਨ ਇਹ ਤੇ ਮੁਕੱਦਮੇ ਦਰਜ ਹੋ ਰਹੇ ਨੇ। ਹਾਂਜੀ, ਕਹਿੰਦੀ ਭੀਖ ਚ ਮੰਗੀ। ਭੀਖ ਦੇ ਵਿੱਚ ਤਾਂ ਬੀਬੀ ਹੁਣ ਕੀ ਕਹੀਏ, ਔਰਤਾਂ ਭੀਖ ਦੇ ਵਿੱਚ ਫਿਲਮਾਂ ਮੰਗੀਆਂ ਜਾਂਦੀਆਂ ਨੇ। ਸੋਸ਼ਲ ਨੈਟਵਰਕ ਮੀਡੀਆ ਤੇ ਵੇਖ ਕਿੰਨਾਂ ਨਾਲ ਤੇਰੀਆਂ ਫੋਟੋਆਂ ਆਈਆਂ ਨੇ। ਹੁਣ ਭੀਖ ਦੇ ਵਿੱਚ ਤਾਂ ਤਲਵੇ ਚੱਟ ਕੇ ਜਿਹੜੇ ਨੇ ਉਹ ਇਹੋ ਜਿਹੇ ਅਵਾਰਡ ਲਏ ਜਾਂਦੇ ਨੇ। ਭੀਖ ਦੇ ਵਿੱਚ ਅਗਲੇ ਆਜ਼ਾਦੀ ਨਹੀਂ ਦਿੰਦੇ। ਨਾ ਮੈਂ ਕੁਝ ਜ਼ਿਆਦਾ ਬੋਲਾਂ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਇੱਕ ਤੇ ਕੇਸ ਲੁਧਿਆਣੇ 'ਚ ਵੀ ਦਰਜ ਹੋ ਗਿਆ। ਭੀਖ ਦੇ ਵਿੱਚ ਮਾਫੀ ਵੀ ਮੰਗੀ ਜਾਂਦੀ ਹੈ, ਭੀਖ ਦੇ ਵਿੱਚ ਅੰਗਰੇਜ਼ਾਂ ਤੋਂ ਪੈਨਸ਼ਨ ਵੀ ਮੰਗੀ ਜਾਂਦੀ ਹੈ। ਜੇ ਭੀਖ ਦੇ ਵਿੱਚ ਮੰਗਣਾ ਹੋਵੇ ਤਾਂ ਬਹੁਤ ਕੁਝ ਮੰਗਿਆ ਜਾਂਦਾ। ਭੀਖ ਦੇ ਵਿੱਚ ਰਾਜ ਭਾਗ ਵੀ ਮੰਗ ਲਿਆ ਜਾਂਦਾ ਸੀ। ਜਦੋਂ ਹਾਰ ਜਾਂਦੇ ਸੀ ਰਾਜੇ, ਜਿਹੜਾ ਜਿੱਤਣ ਵਾਲਾ ਸੀ ਕਹਿੰਦਾ ਕਿ ਹਾਂ ਦੱਸ ਕੀ ਚਾਹੀਦਾ ਤੂੰ। ਸਿਕੰਦਰ ਅਕਸਰ ਲੁੱਟ ਕੇ ਜਾਂ ਸਿਕੰਦਰ ਅਕਸਰ ਜਿੱਤ ਕੇ ਇਹੀ ਕੁਛ ਸੀਗਾ ਕਿ ਅਧੀਨ ਵੀ ਕਬੂਲ ਕਰ ਲਾ ਤੇ ਰਾਜ ਕਰ ਨਜ਼ਾਰੇ ਲੈ। ਬਿਲਕੁਲ ਬਿਲਕੁਲ ਅੱਗੇ ਵੱਧ ਜਾਂਦਾ। ਭੀਖ ਦੀ ਭੀਖ ਹੈ ਕਿ ਭੀਖ ਚ ਲਿਆ ਰਾਜ, ਹਰ ਕੇ ਭੀਖ ਚ ਲਿਆ ਰਾਜ ਨਹੀਂ। ਪਰ ਮੈਂ ਇਸ ਬੀਬੀ ਨਾਲ ਸਹਿਮਤ ਹਾਂ। ਮੈਂ ਸਹਿਮਤ ਹਾਂ। ਕਿਉਂ ਸਹਿਮਤ ਹਾਂ? ਕਿਉਂਕਿ ਇਹਨਾਂ ਮੂਰਖਾਂ ਦੇ ਭਾਅ ਦੀ ਆਜ਼ਾਦੀ 2014 ਤੋਂ ਬਾਅਦ ਹੀ ਆ। ਕੋਈ ਕਹਿੰਦਾ ਮੋਰ ਦੇ ਹੰਝੂਆਂ ਦੇ ਨਾਲ ਮੋਰਨੀ ਗਰਭਵਤੀ ਸ਼ਾਇਦ ਇਸੇ ਦੌਰ ਚ ਚਲੋ ਕਿ ਮੁਨਾਸਬ ਸੀ। ਕੋਈ ਕਹਿੰਦਾ ਬੱਤਕਾਂ ਤੋਂ ਆਕਸੀਜਨ ਨਿਕਲਦੀ ਹੈ। ਇਹ ਮੂਰਖਤਾ ਇਸ ਦੌਰ ਦੇ ਵਿੱਚ ਹੀ ਸ਼ਾਇਦ ਵੇਖਣ ਨੂੰ ਮਿਲ ਸਕਦੀ ਹੈ। ਕੋਈ ਇਹ ਕਹਿ ਦੇਵੇ ਪ੍ਰਧਾਨ ਮੰਤਰੀ ਕਿ ਸੀਵਰ ਦੀ ਗੈਸ ਦੇ ਨਾਲ ਚਾਹ ਬਣਦੀ ਮੈਂ ਦੇਖੀ ਆ। ਇਹ ਮੂਰਖਤਾ ਇਸ ਦੌਰ ਦੀ ਹੋਈ ਸ਼ਾਇਦ ਇਸ ਦੌਰ ਚ ਹੀ ਹੋਣੀ ਸੀ। ਸੋ ਇਹਨਾਂ ਦੀ ਆਜ਼ਾਦੀ ਵਾਕਈ 2014 ਤੋਂ ਬਾਅਦ ਆਈ ਹੈ। 2014 ਤੋਂ ਬਾਅਦ ਆਈ ਹੈ। ਸੋ ਇਹਨਾਂ ਮੂਰਖਾਂ ਦੇ ਟੋਲੇ ਨੂੰ ਆਜ਼ਾਦੀ ਜਿਹੜੀ ਆ ਚੰਮ ਕੇ ਮੁਬਾਰਕ। ਮੈਂ ਸਹਿਮਤ ਹਾਂ ਇਸ ਦੇ ਨਾਲ ਕਿ ਤੁਹਾਡੀ ਆਜ਼ਾਦੀ ਬਿਨਾਂ ਗੱਲ ਤੋਂ, ਬਿਨਾਂ ਤੱਥਾਂ ਤੋਂ। ਮੈਂ ਤੁਹਾਨੂੰ ਤੱਥਾਂ ਦੇ ਨਾਲ ਉਸ ਦਿਨ ਸਟੈਬਲਿਸ਼ ਕਰਕੇ ਦੱਸਿਆ ਸੀਗਾ ਨਾ ਕਿ ਜੋ 99 ਸਾਲ ਦੇ ਪਟੇ ਦੀ ਗੱਲ ਕੀਤੀ ਸੀ ਇਹਨਾਂ ਨੇ, ਤੁਹਾਨੂੰ ਕੱਲਾ ਫੈਕਟ ਹਿਸਟਰੀ ਚੋਂ ਕੱਢ ਕੇ ਦੇ ਦਿੱਤਾ ਸੀਗਾ। UK ਦੀ ਪਾਰਲੀਮੈਂਟ ਤੱਕ ਦੇ ਹਵਾਲੇ ਦੇ ਦਿੱਤੇ ਸਨ। ਤਾਂ ਉਹ ਬੀਬੀ ਕੌਣ ਸੀ? ਪੜ੍ਹੀ ਲਿਖੀ ਇਹਨਾਂ ਦੀ ਤਰਜਮਾਨ, ਪੜ੍ਹੀ ਲਿਖੀ ਇਹਨਾਂ ਦੀ ਤਰਜਮਾਨ ਬੁਲਾਰਨ ABVP ਦੀ ਨਾਲ, ਮਤਲਬ ਕਿ ਯੰਗਸਟਰ। ਤਾਂ ਜਦੋਂ ਤੁਹਾਡਾ ਮਾਈਂਡ ਸੈਟ ਹੀ ਐਸਾ ਹੈ ਤਾਂ ਇਹਨੇ ਤੇ ਇੱਕ ਥਾਂ ਤੇ ਮੁਕੱਦਮੇ ਦਰਜ ਨਹੀਂ ਹੋ ਰਹੇ ਸਾਰੀ ਇੰਡੀਆ ਦੇ ਵਿੱਚ। ਔਰ ਭਾਰਤੀ ਜਨਤਾ ਪਾਰਟੀ ਚਾਹੁੰਦੇ ਰਹਿਣ ਉੱਤੇ ਜਿਹੜੇ ਹਾਲੇ ਵੀ ਆਪਦੀ ਪਾਰਟੀ 'ਚ ਰਹੇ, ਚਲੋ ਉਹਨਾਂ ਨੂੰ ਮੁਬਾਰਕ ਹੈ। ਪਾਰਟੀ ਉਹ ਆਵਾਜ਼ ਚੁੱਕਦੇ ਪਏ। ਕੱਲ ਭਾਰਤੀ ਜਨਤਾ ਪਾਰਟੀ ਦੇ ਇੱਕ ਬਹੁਤ ਵੱਡੇ ਆਗੂ ਨੇ ਆਖਿਆ, ਉਹਨੇ ਆਖਿਆ ਵਾਪਸ ਲਓ ਇਹਦੇ ਤੋਂ, ਬਾਅਦ ਵਾਪਸ ਲਓ ਇਹਦੇ ਤੋਂ। ਇਹ ਬੇਵਕੂਫ ਬੀਜੀ ਕਰਦੀ ਕੀ ਫਰਜ਼ ਹੈ? ਨਵਾਬ ਮਲਿਕ ਨੇ ਚੱਕਰ ਨਾ ਕਿ ਜ਼ਿਆਦਾ ਨਸ਼ਾ ਕਰ ਲਿਆ, ਜੇ ਚੱਕਰ ਤੁਸੀਂ ਕਰਾਓ ਤੇ ਇਹਦੇ ਤੋਂ ਵਾਪਸ ਲਓ। ਬਿਲਕੁਲ ਬਿਲਕੁਲ
ਚਲੋ ਮੈਂ ਨਿੱਜੀ ਜ਼ਿੰਦਗੀ 'ਚ ਨਹੀਂ ਪਤਾ ਮੇਰੇ ਵੱਲੋਂ ਕੰਗਣਾ ਰਣੌਤ ਕੀ ਕਰਦੀ ਹੈ, ਬੋਲਣ ਦੀ ਉਹਨੂੰ ਵੀ ਆਜ਼ਾਦੀ ਹੈ, ਬੋਲਣ ਦੀ ਉਹਨੂੰ ਵੀ ਆਜ਼ਾਦੀ ਹੈ, ਉਹਨੇ ਕੀ ਬੋਲਣਾ ਬੋਲੇ, ਪਰ ਜੋ ਵੀ ਬੋਲੇ ਸੰਭਲ ਕੇ ਬੋਲੇ। ਅਵਾਰਡ ਲੈ ਲਿਆ, ਚਲੋ ਠੀਕ ਹੈ, ਜਿਸ ਤਰ੍ਹਾਂ ਅਵਾਰਡ ਮਿਲਦੇ ਆ, ਪਰੰਤੂ ਤੂੰ ਇਹ ਗੱਲ ਕਿਉਂ ਕਹਿ ਰਹੀ ਆ? ਔਰ ਮੈਨੂੰ ਤਾਂ ਲੱਗਦਾ ਇਹ ਆ ਕਿ ਬੀਬੀ ਜਿਹੜੀ ਆ ਉਹ ਬਹੁਤ ਉੱਤੇ ਤੁਰਦੀ ਆ, ਇਸ ਲਈ ਲੈਵਲ ਤੇ ਜਾਂਦੀ ਨਹੀਂ। ਹੇਠਲੇ ਲੈਵਲ ਤੇ ਇਹ ਨਹੀਂ ਹੁੰਦਾ ਕਿ ਕਿਸੇ ਦਾ ਲੈਵਲ ਕਰ ਜਾਣਾ, ਹੇਠਲੇ ਡੂੰਘਾਈ ਤੱਕ ਜਾ ਕੇ ਗੱਲ ਕਰਨ ਦਾ ਮਤਲਬ ਮੈਂ ਕਹਿ ਰਿਹਾ ਕਿ ਗੱਲ ਨੂੰ ਐ ਚੰਗੀ ਤਰ੍ਹਾਂ ਜੜ ਤੋਂ ਪਕੜ ਕੇ ਫਿਰ ਕਹਿਣਾ। ਔਰ ਖਾਸ ਤੌਰ ਤੇ ਜਦੋਂ ਤੁਸੀਂ ਕਿਸੇ ਦੇਸ਼ ਦੇ ਸੰਦਰਭ ਵਿੱਚ ਕਹਿ ਰਹੇ ਹੋ, ਅਸੀਂ ਤਾਂ ਮਤਲਬ ਕਿ ਕਿਸੇ ਵਿਅਕਤੀ ਦੇ ਖਿਲਾਫ ਵੀ ਕੋਈ ਗੱਲ ਕਰਨੀ ਹੋਵੇ ਤਾਂ ਪਹਿਲਾਂ ਸੋਚ ਕੇ ਬਿਲਕੁਲ ਚਲਾ ਜਾਵੇ, ਬਿਲਕੁਲ ਨਿੱਜੀ ਜ਼ਿੰਦਗੀ ਦੇ ਨਾਲ ਚਲਾ ਅੱਜ ਕੰਗਣਾ ਰਣੌਤ ਦੀ ਨਿੱਜੀ ਜ਼ਿੰਦਗੀ ਦਾ ਵੀ ਖਿਆਲ ਰੱਖਦੇ ਹਾਂ, ਮੈਂ ਕਰ ਸਕਦਾ ਬਿਲਕੁਲ ਨਹੀਂ, ਮੇਰੀ ਜ਼ਮੀਨ ਦਾ ਇਹਦੋਂ ਵੱਧ ਨਹੀਂ ਹੋਣਾ ਚਾਹੀਦਾ, ਇਹਦੋਂ ਵੱਧ ਕਰ ਸਕਦੇ, ਹਾਂਜੀ ਇਹਦੋਂ ਵੱਧ ਪੁੱਠੇ ਸਿੱਧੇ ਹਿੰਟ ਬਣਾਏ ਜਾ ਸਕਦੇ ਆ, ਇਹਦੋਂ ਵੱਧ ਹਿੰਦੀ ਦੇ ਵਿੱਚ ਬੋਲ ਕੇ ਹੀ ਹਿੰਦੀ ਮੇਂ ਸਪੀਕ ਕਰਕੇ ਹਿੰਦੀ ਦੇ ਬੋਲ ਕੇ ਹਿੰਦੀ ਦੇ ਵਿੱਚ ਭਾਸ਼ਾ ਦੇ ਵਿੱਚ ਥੱਲੇ ਪੁੱਠੇ ਸਿੱਧੇ ਹਿੰਟ ਬਣਾ ਕੇ ਪਾਏ ਜਾ ਸਕਦੇ। ਪਰ ਸਾਨੂੰ ਇਹ ਤਹਿਜ਼ੀਬ ਸਿਖਾਈ ਹੈ ਕਿ ਅਸੀਂ ਔਰਤ ਜਾਤ ਦਾ ਸਤਿਕਾਰ ਕਰਨਾ ਹੈ। ਤੇਰੀਆਂ ਵਿਰਾਸ਼ਾਂ ਪਾਟੀਆਂ ਨੇ, ਪਾਟੀਆਂ ਰਹਿਣ ਕੋ ਸੀਨ ਵਾਲਾ ਮਿਲ ਜੂਗਾ, ਆਪੇ ਸੀ ਦੂਗਾ। ਤੂੰ ਦੇਸ਼ ਦੇ ਜਿਹੜੇ ਹੀਰੋ ਨੇ ਉਹਨਾਂ ਦੀ ਨਰਾਦਰੀ ਕਰਦੀ ਪਈ ਹੈ, ਪਤਾ ਨਹੀਂ ਕਿਹੜੀ ਦੌੜ ਦੇ ਵਿੱਚ ਆ, ਕੀ ਆ ਕੀ ਨਹੀਂ। ਹਾਂਜੀ, ਇੱਥੇ ਜਦੋਂ ਫਿਲਮੀ ਸਟਾਰ ਆਉਂਦੇ ਨੇ ਨਾ ਮਿੰਟੂ ਜੀ, ਸੌਰੀ ਟੂ ਸੇ ਦੈਟ, ਹਾਂ ਫਿਲਮੀ ਸਟਾਰ ਅਸੀਂ ਵੇਖਣ ਜਾਂਦੇ ਹਾਂ, ਬੈਕ ਸਟੇਜ ਤੇ ਜਾਈਦਾ ਉਹਨਾਂ ਨੂੰ ਵੇਖਣ ਵਾਸਤੇ, ਹੈ ਨਾ, ਤੁੱਸਾ ਮਾਰ ਦਿੰਦੇ, ਤੁੱਸਾ ਲਾਗੇ ਨਹੀਂ ਖਲੋ ਹੁੰਦਾ ਇਹਨਾਂ ਦੇ। ਇਹ ਪਰਦੇ ਦੇ ਉੱਤੇ ਇਹਨਾਂ ਦੇ ਜਿਹੜੇ ਕੈਮਰੇ ਜਾਂ ਲਾਈਟਾਂ, ਜਿਹੜਾ ਥਾਪਾ ਕੇ ਇਹਨਾਂ ਨੇ ਮਲਿਆ ਹੁੰਦਾ ਪਾਊਡਰ, ਉਹੀ ਇਹਨਾਂ ਦਾ ਦਿਖਾਈ ਦਿੰਦਾ। ਬਦਬੂਆਂ ਮਾਰਦੇ ਹੁੰਦੇ ਨੇ, ਕੋਲ ਖਲੋ ਕੇ ਦੂਰ ਭੱਜਣ ਨੂੰ ਦਿਲ ਕਰਦਾ ਵੀ ਕਿੰਨਾ ਕੁ ਆ ਗਏ। ਇਹੋ ਜਿਹੀਆਂ ਵੀ ਕੁਝ ਹੁੰਦੀਆਂ ਨੇ, ਇਹੋ ਜਿਹੀਆਂ। ਤੂੰ ਦੇਸ਼ ਦੇ ਜਿਹੜੇ ਹੀਰੋ ਨੇ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲ ਰਹੀ ਹੈ, ਤੇਰੇ ਤੇ ਮੁਕੱਦਮੇ ਦਰਜ ਹੋ ਰਹੇ ਨੇ, ਪਰ ਅਸੀਂ ਤੇਰੇ ਨਾਲ ਉਹੀ ਮਿੰਟੂ ਜੀ ਜਿਹੜੀ ਗੱਲ ਕਹਿ ਕੇ ਬੋਲਣ ਨੂੰ ਅਸੀਂ ਵੀ ਬੋਲ ਸਕਦੇ, ਪਰ ਕੀ ਲੋੜ, ਸਾਨੂੰ ਕੀ ਲੋੜ ਹੈ ਨਾ। ਤੇਰੇ ਤੇ ਮੁਕੱਦਮੇ ਦਰਜ ਹੋ ਰਹੇ ਨੇ, ਤੋਹੀਨ ਕੀਤੀ ਹੈ ਤੂੰ ਕਿਤੇ। ਬੜੀਆਂ ਬੜੀਆਂ ਸੁਪਰਸਟਾਰ ਜਿਹੜੀਆਂ ਨੇ ਉਹ ਇਸ ਸੰਸਾਰ ਤੇ ਆਈਆਂ ਚਲ ਗਈਆਂ, ਤੂੰ ਕਿਸ ਖੇਤ ਦੀ ਮੂਲੀ ਹੈ? ਆਈ ਡੋਂਟ ਨੋ। ਹਾਂਜੀ, ਤੁਸੀਂ ਕੰਟੀਨਿਊ ਕਰੋ ਜੀ। ਹਾਂਜੀ, ਨਹੀਂ ਮੈਂ ਤੇ ਇਹ ਗੱਲ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਇਸ ਗੱਲ ਨੂੰ ਕਲੀਅਰ ਕਰੇ ਕਿ ਕੀ ਉਹ ਸਹਿਮਤ ਨੇ, ਪਾਰਟੀ ਆਪਣੀ ਆਫੀਸ਼ੀਅਲ ਸਟੇਟਮੈਂਟ ਜਾਰੀ ਕਰੇ ਕਿ ਕੀ ਉਹ ਇਸ ਸਟੇਟਮੈਂਟ ਨਾਲ ਸਹਿਮਤ ਹੈ, ਕਿਉਂਕਿ ਉਹਨਾਂ ਨੇ ਪੁਰਸਕ੍ਰਿਤ ਕੀਤਾ ਹੈ ਬੀਬੀ, ਉਹਨਾਂ ਦੀ ਗਵਰਨਮੈਂਟ ਨੇ ਰਾਸ਼ਟਰਪਤੀ ਤੋਂ ਅਵਾਰਡ ਮਿਲਿਆ ਹੋਇਆ ਕਿ ਉਹ ਇਸ ਗੱਲ ਨਾਲ ਸਹਿਮਤ ਨੇ ਜਾਂ ਅਸਹਿਮਤ ਨੇ। ਜੇ ਸਹਿਮਤ ਨੇ ਤਾਂ ਕਿਉਂ, ਉਹਦੇ ਪਿੱਛੇ ਲੌਜਿਕ ਕੀ ਹੈ? ਜੇ ਅਸਹਿਮਤ ਨੇ, ਕਿਉਂਕਿ ਮੈਂ ਤੁਹਾਨੂੰ ਉਸ ਦਿਨ ਵੀ ਦੱਸਿਆ ਸੀਗਾ, ਅਸੀਂ ਸਾਡੇ ਪੰਜਾਬੀ ਬਹੁਤ ਸਾਰੇ ਨੈਰੇਟਿਵ 'ਚ ਫਸੇ ਹੋਏ ਨੇ। ਮਾਫ਼ ਕਰਨਾ, ਨਹਿਰੂ ਗਾਂਧੀ ਦੀ ਬਦਨਾਮੀ ਤੇ ਉਹ ਸਵਾਲ ਹੀ ਨਹੀਂ ਚੁੱਕਦੇ, ਤਾਂ ਉਹਦੇ ਨਾਲ ਕੀ ਹੈ ਕਿ ਉਹ ਨੈਰੇਟਿਵ ਜਿਹੜਾ ਉਹ ਇੱਕ ਸਿਰਜ ਰਹੇ ਨੇ, ਔਰ ਸਿਰਜ ਚੁੱਕੇ ਨੇ। ਮੈਂ ਤਾਂ ਮੰਨਦਾ ਇਹਨਾਂ ਚੀਜ਼ਾਂ ਨੂੰ ਕਿ ਸਿਰਜ ਚੁੱਕੇ ਨੇ, ਕਾਮਯਾਬ ਨੇ, ਬਹੁਤ ਚਲਾਕੀ। ਇਹਦਾ ਮਤਲਬ ਭਾਜਪਾ ਵਾਲੇ ਵੀਰ ਸਾਵਰਕਰ ਦੀ ਜਿਹੜੀ ਆ ਉਹ ਆਜ਼ਾਦੀ ਘੁਲਾਟੀਆ ਹੀ ਸੀ ਨਾ, ਉਹ ਕਹਿੰਦੇ ਕਿ ਆਜ਼ਾਦੀ ਘੁਲਾਟੀਆ ਸੀ, ਉਹਨੇ ਆਜ਼ਾਦੀ ਵਾਸਤੇ ਬਹੁਤ ਕੁਝ ਕੀਤਾ। ਇੱਕ ਚੀਜ਼ ਹੋਰ ਦੱਸਦਾ ਕਿ ਉਹ ਬਿਲਕੁਲ ਉਹ ਜਿਹੜੇ ਅਸਲ ਨਾਇਕ ਨੇ, ਹੁਣ ਜਿਵੇਂ ਤੁਹਾਨੂੰ ਸ਼ਾਇਦ ਇਹਨਾਂ ਗੱਲਾਂ ਦਾ ਇਲਮ ਵੀ ਹੋਏਗਾ ਕਿ ਭਗਤ ਸਿੰਘ ਦੀ ਉਹ ਸਾਵਰਕਰ ਦੇ ਨਾਲ ਇੱਕ ਮੁਲਾਕਾਤ ਦਾ ਜ਼ਿਕਰ ਕਰੀ ਜਾਂਦੇ ਨੇ ਅੱਜ ਕੱਲ੍ਹ, ਉਹ ਇੱਕ ਨੈਰੇਟਿਵ ਬਣਾਇਆ ਜਾ ਰਿਹਾ। ਜਦਕਿ ਮੈਂ ਜਿੰਨੀ ਕੋਈ ਹਿਸਟਰੀ ਪੜ੍ਹੀ ਆ ਮੈਨੂੰ ਕਿਤੇ ਨਜ਼ਰ ਨਹੀਂ ਆਇਆ। ਔਰ ਇੱਕ ਕਿਤਾਬ ਆ, ਸਿੰਘ ਵਿਲੋਕਨ ਕਿਤਾਬ ਆ, ਉਹਦੇ ਵਿੱਚ ਜ਼ਿਕਰ ਆ, ਖੁਦ ਜ਼ਿਕਰ ਆ ਕਿ ਇਹ ਸਾਵਰਕਰ ਨੂੰ ਜਦੋਂ ਮਿਲਣ ਗਏ ਮੇਰੇ ਖਿਆਲ ਦੇ ਨਾਲ, ਜਦੋਂ ਗਏ ਉੱਥੇ ਤਾਂ ਇੱਕ ਦੋ ਘੰਟੇ ਪਾਠ ਹੀ ਨਹੀਂ ਉੱਠਿਆ, ਪਾਠ ਦਾ ਕੋਈ ਨਹੀਂ ਉੱਠਿਆ। ਬਾਅਦ ਦੇ ਵਿੱਚ ਆ ਕੇ ਕਹਿੰਦਾ ਕਿ ਫਲਾਣੇ ਨੂੰ ਮਾਰ ਦਿਓ, ਫਲਾਣੇ ਉਹਦੇ ਉਸ ਟਾਈਮ ਦਾ ਜਿਹੜਾ ਨੇਤਾ ਸੀਗਾ, ਫਲਾਣੇ ਨੂੰ ਮਾਰ ਦਿਓ, ਤੁਹਾਨੂੰ ਪਿਸਤੌਲ ਦੇ ਸਕਦਾ, ਅੰਗਰੇਜ਼ਾਂ ਦੇ ਖਿਲਾਫ ਨਹੀਂ ਕੁਛ ਕਰਨਾ। ਆਹ ਤਾਂ ਗੱਲਾਂ ਉਹਨਾਂ ਕਿਹਾ ਸੀ ਅਸੀਂ ਸਫਾਰੀ ਕਿੰਨੇ ਆ, ਸਿੰਘ ਵਿਲੋਕਨ ਦੇ ਵਿੱਚ ਲਿਖਿਆ ਹੋਇਆ ਉਹ ਸਾਰੇ ਹਵਾਲੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਨੈਰੇਟਿਵ ਬਣਾਉਂਦੇ, ਅਸੀਂ ਉਸ ਨੈਰੇਟਿਵ ਦਾ ਸ਼ਿਕਾਰ ਹੋ ਜਾਂਦੇ ਹਾਂ। ਜਿਸ ਤਰੀਕੇ ਨਾਲ ਇਹਨਾਂ ਨੇ ਉਹ ਕਿਹਾ 99 ਸਾਲ ਵਾਲਾ, ਉਹ ਵੀ ਏਦਾਂ ਨਹੀਂ ਹੈ ਕਿ ਕੋਈ ਮਤਲਬ ਕਿ ਰਾਤੋਂ ਰਾਤ ਫੈਲ ਗਿਆ। ਉਹ ਇਹਨਾਂ ਦੇ ਪ੍ਰਚਾਰਕਾਂ ਨੇ, ਅੱਜ ਵੀ ਵੀਡੀਓ ਪਈਆਂ ਨੇ, ਸਭ ਕੁਛ ਪਿਆ ਵਾ, ਬਹੁਤ ਹੌਲੀ ਹੌਲੀ ਕਿ ਦੂਜਿਆਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖਲਨਾਇਕ ਸਾਬਤ ਕਰਦੇ, ਬਿਲਕੁਲ ਜਿਨ੍ਹਾਂ ਨੇ ਲੜਾਈ ਲੜੀ ਹੈ।
ਨਹਿਰੂ ਜਿੰਨੀ ਮਤਲਬ ਕਿ ਇਹ ਸਾਵਰਕਰ ਦੀ ਜੇਲ੍ਹ ਇਹਨਾਂ ਨੂੰ ਮਿਲਦੀ ਹੈ, ਨਹਿਰੂ ਕਿੰਨੀ ਵਾਰੀ ਜੇਲ੍ਹ ਦੇ ਵਿੱਚ ਗਿਆ? ਕਦੇ ਨਹੀਂ ਤੁਹਾਨੂੰ ਦੱਸਣਗੇ ਕਿ ਨਹਿਰੂ ਜੇਲ੍ਹ ਦੇ ਵਿੱਚ ਵੀ ਗਿਆ। ਉਹਨੂੰ ਕਹਿੰਦੇ ਉਹ ਅਯਾਸ਼ ਸੀ। ਲੜਾਈ ਸ਼ਾਂਤੀ ਵਾਲੀ ਲੜਾਈ ਜਿਹੜੀ ਆ, ਅਹਿੰਸਾ ਵਾਲੀ ਲੜਾਈ ਚਿੰਨ ਖੜੀ ਕੀਤੀ ਆ, ਉਹਦੇ 'ਚ ਉਹ ਕਹਿਣਗੇ ਕਿ ਕਾਂਗਰਸ ਨੇ ਮਹਾਤਮਾ ਗਾਂਧੀ ਦਾ ਆ ਕੇ ਉਸ ਲੜਾਈ ਨੂੰ ਹਾਈਜੈਕ ਕਰ ਲਿਆ। ਸੋ ਇਹ ਨੈਰੇਟਿਵ ਨੇ। ਸੋ ਅਸੀਂ ਕਦੇ ਕਦੇ ਇਹਨਾਂ 'ਚ ਉਲਝ ਜਾਂਦੇ ਆ, ਪਰ ਜੋ ਕਿਹਾ ਬੀਬੀ ਨੇ ਬਿਲਕੁਲ ਗਲਤ ਕਿਹਾ, ਤੋਹੀਨ ਹੈ। ਜਿਨ੍ਹਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਤੋਹੀਨ ਹੈ। ਜਿਨ੍ਹਾਂ ਲੋਕਾਂ ਨੇ ਇਸ ਆਜ਼ਾਦੀ ਨੂੰ ਅੱਜ ਵੀ ਕਹਿ ਲਓ ਕਿ ਹਨਾਨ ਦਾ ਮਤਲਬ ਕਿ ਇਹ ਸੁਭਾਗ ਸਮਝਿਆ, ਕਿ ਚੰਗਾ ਭਾਗ ਸਮਝਿਆ ਕਿ ਅਸੀਂ ਆਜ਼ਾਦ ਹੋ ਗਏ ਹਾਂ। ਸੋ ਖੈਰ ਚਲੋ ਆਪੋ ਆਪਣੀ ਵੌਇਸ ਆਫ ਸਿਟੀ 1320 AM ਤੇ ਇਹ ਉਹੀ ਗਿੱਟਿਆਂ ਚ ਅਕਲ ਵਾਲੀ ਗੱਲ ਹੋ ਗਈ ਜੀ। ਜੇ ਹੁਣ ਭਾਜਪਾ ਵਾਲੇ ਇਹਨੂੰ ਦਿੰਦੇ ਨੇ ਪਦਮ ਸ਼੍ਰੀ ਦਾ ਅਵਾਰਡ ਦਿੱਤਾ ਹੈ, ਤੇ ਇਹ ਅਵਾਰਡ ਕੋਲ ਸਾਂਭਿਆ ਨਹੀਂ ਗਿਆ, ਉਹਦੇ ਵਿੱਚ ਪਤਾ ਨਹੀਂ ਹਵਾ ਭਰ ਗਈ ਇਹਨੇ ਜੋ ਬਿਆਨ ਦਿੱਤਾ। ਤੇ ਭਾਜਪਾ ਵਾਲੇ ਆਪਣੇ ਵੀਰ ਸਾਵਰਕਰ ਨੂੰ ਵੀ ਤਾਂ ਦੇਸ਼ ਭਗਤ ਮੰਨਦੇ ਨੇ, ਅੰਗਰੇਜ਼ਾਂ ਨੂੰ ਕੱਢਣ ਦੇ ਵਿੱਚੋਂ ਕਹਿੰਦੇ ਕਿ ਉਹਦੀ ਬੜੀ ਭੂਮਿਕਾ ਰਹੀ ਹੈ। ਤੇ ਇਹਦਾ ਮਤਲਬ ਫਿਰ ਮੰਨ ਲਏ ਵੀ ਉਹ ਇੱਕ ਮਾਫੀਨਾਮਾ ਸੀ, ਆਜ਼ਾਦੀ ਅਸਲੀ ਤੇ ਬਾਅਦ ਚ ਹੋਣ ਆਈ ਆ। ਵੀ ਵੀਰ ਸਾਵਰਕਰ ਨੂੰ ਵੀ ਇਹਦਾ ਮਤਲਬ ਉਹ ਗਲਤ ਸਾਬਤ ਕਰਦੀ ਹੈ। ਮਤਲਬ ਬਾਕੀ ਦੇ ਸ਼ਹੀਦਾਂ ਦੀ ਤੇ ਚਲੋ ਛੱਡੋ ਗੱਲ ਤੁਸੀਂ, ਤੇ ਇਹਦਾ ਮਤਲਬ ਵੀਰ ਸਾਵਰਕਰ ਵੀ ਉਸੇ ਲਾਈਨਾਂ ਦੇ ਵਿੱਚ ਆਉਂਦਾ ਨਾ ਭਾਜਪਾ ਦਾ, ਜੇ ਅੱਜ ਵੀ ਇਹ ਉਹਦੇ ਖਿਲਾਫ ਕੁਝ ਕਰਦੇ ਨੇ। ਨਹੀਂ, ਸਵਾਲ ਤਾਂ ਇਹ ਹੋਏਗਾ ਕਿ ਜਿਹੜਾ ਵਾਜਪਾਈ ਨੇ ਰਾਜ ਕੀਤਾ ਵਾ, ਮੋਰਾਰਜੀ ਦੇਸਾਈ ਨੇ ਰਾਜ ਕੀਤਾ ਵਾ, ਕਿ ਉਹ ਵੀ ਗੁਲਾਮੀ ਸੀਗੀ। ਬਿਲਕੁਲ, ਬਹੁਤ ਵੱਡਾ ਕੁਐਸਚਨ ਮਿੰਟੂ ਜੀ, ਸੋ ਨਾਈਸ। ਗੋਰਿਆਂ ਦੇ ਏਜੰਟ ਸਨ। ਬਿਲਕੁਲ 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 ਸਹੀ ਪਕੜਿਓ। ਚਲੋ ਕਰਨਾਟਕ ਚੱਲਦੇ ਹਾਂ। ਕਰਨਾਟਕ ਦੀ ਰਾਜਨੀਤੀ ਚੋਂ ਕ੍ਰਿਪਟੋ ਕਰੰਸੀ ਦੇ ਜਿੰਨ ਨੇ ਤਰਥੱਲੀ ਜੀ ਮਚਾ ਦਿੱਤੀ ਹੈ। ਵੈਸੇ ਕ੍ਰਿਪਟੋ ਕਰੰਸੀ ਹਾਂਜੀ ਇਹ ਰਾਤੀ ਡਿੱਗੀ ਬੜੀ ਆ ਮੂੰਹ ਦੇ ਮੂੰਹ। ਰਾਤੀ 1 ਵਜੇ ਇਹਦੇ ਜੋ ਖਿਲਾਰੇ ਪਏ ਨੇ, ਜੋ ਸਾਹ ਦੇ ਸਾਹ ਕਈਆਂ ਨੂੰ ਤਾਂ ਮਿਲਦਾ ਉਲਟੀਆਂ ਸਿੱਧੀਆਂ ਹੋ ਗਈਆਂ ਹੋਣੀਆਂ। ਕੀ ਕਹਿਣਾ ਚਾਹੋਗੇ? ਦੇਖੋ ਇੱਥੇ ਜਿਹੜਾ ਕ੍ਰਿਪਟੋ ਕਰੰਸੀ ਵਾਲਾ ਇੱਕ ਸਕੈਮ ਨਿਕਲ ਕੇ ਆ ਰਿਹਾ ਵਾ। ਦੇਖੋ ਇਹਨਾਂ ਨੇ ਕੋਈ ਬੰਦਾ ਫੜਿਆ ਸੀਗਾ, ਉਹ ਮਤਲਬ ਕਿ ਹੈ ਸੀਗਾ ਕਿ ਜਿੱਦਾਂ ਅੱਜ ਕੱਲ ਹਾਈਟੈਕ ਖਰੀਦਦਾਰੀਆਂ, ਇਹ ਕ੍ਰਿਪਟੋ ਕਰੰਸੀ ਦੇ ਜ਼ਰੀਏ ਡਰੱਗ ਖਰੀਦਿਆ ਜਾ ਰਿਹਾ ਸੀ, ਉਹਦੇ ਵਿੱਚ ਗ੍ਰਿਫਤਾਰੀ ਕੀਤੀ ਸੀਗੀ। ਇੱਕ ਸ਼੍ਰੀ ਕ੍ਰਿਸ਼ਨ ਮਤਲਬ ਕਿ ਹੈ ਤੇ ਇੰਜੀਨੀਅਰਿੰਗ ਦੇ ਵਿੱਚੋਂ ਡ੍ਰੌਪ ਆਊਟ ਆ, ਪਰ ਬੰਦਾ ਬੜਾ ਸ਼ਾਤਰ ਸੀਗਾ। ਉਸ ਗ੍ਰਿਫਤਾਰੀ ਤੋਂ ਬਾਅਦ ਉਹਨੂੰ ਬਚਾਉਣ ਦਾ ਯਤਨ ਕੀਤਾ ਗਿਆ, ਕਿਉਂਕਿ ਉਹਦੇ ਕੋਲ ਹੈਕ ਕਰਕੇ ਜਿਹੜੀ ਬਿਟਕੋਇਨ ਚੋਰਾਈ ਗਈ ਸੀ, ਚੋਰੀ ਕੀਤੀ ਗਈ ਸੀ, ਉਹਦੇ ਕੋਲ ਸੀ। ਉਹਨੇ ਲਾਲਚ ਲੂਚ ਵੀ ਦਿੱਤਾ ਪੁਲਿਸ ਨੂੰ ਕਥਿਤ ਤੌਰ ਤੇ ਕਿ ਭਾਈ ਤੁਹਾਨੂੰ ਮੈਂ ਬਹੁਤ ਸਾਰਾ ਕਰ ਦੂੰਗਾ ਸੈਟਿੰਗ, ਤੇ ਤੁਸੀਂ ਮਤਲਬ ਕਿ ਗੱਲ ਆਈ ਗਈ ਕਰੋ। ਪਰ ਗੱਲ ਨਿਕਲਦੀ ਇਹ 9-10 ਦਿਨ ਪਹਿਲਾਂ ਦੀ ਗੱਲ ਹੈ ਜਿਹੜੀ ਮੈਂ, ਕਿਉਂਕਿ ਪਿਛੋਕੜ ਦੱਸਣਾ ਮੇਰਾ ਥੋੜਾ ਫਰਜ਼ ਹੁੰਦਾ, ਕਲੀਅਰ ਹੋ ਜਾਂਦਾ। 1-2 ਮਿੰਟ ਦੀ ਗੱਲ ਹੁੰਦੀ ਹੈ। ਅੱਛਾ, ਉਹ ਜਦੋਂ ਗਾਂ ਇਨਵੈਸਟੀਗੇਸ਼ਨ ਪੂਰੀ ਤੇ ਵਿਰੋਧੀ ਧਿਰ ਨੂੰ ਪਤਾ ਲੱਗ ਗਿਆ ਕਿ ਮਾਮਲਾ ਛੋਟਾ ਨਹੀਂ ਹੈ, ਮਾਮਲਾ ਵੱਡਾ ਹੈ। ਮਾਮਲਾ ਤਾਂ ਛੋਟਾ ਸਮਝਿਆ ਗਿਆ ਸੀਗਾ ਕਿ ਡਰੱਗ ਦੀ ਖਰੀਦਦਾਰੀ ਵਰਚੁਅਲੀ ਤਰੀਕੇ ਨਾਲ ਕੀਤੀ ਜਾ ਰਹੀ ਸੀ, ਪਰ ਮਾਮਲਾ ਇਹ ਸੀਗਾ ਕਿ ਇਹਨੇ ਬੰਦੇ ਨੇ ਸਰਕਾਰ ਦੇ ਈ ਪ੍ਰੋਕਿਉਰਮੈਂਟ ਪੋਰਟਲ ਦੇ ਵਿੱਚ ਵੀ ਹੈਕਿੰਗ ਕੀਤੀ ਸੀ। ਅੱਛਾ, ਮਤਲਬ ਕਿ ਜਿਹੜੇ ਸਰਕਾਰੀ ਗਵਰਨਮੈਂਟ ਪੋਰਟਲ ਹੁੰਦੇ ਆ, ਉਹਦੇ ਵਿੱਚੋਂ ਈ ਪ੍ਰੋਕਿਉਰਮੈਂਟ ਪੋਰਟਲ ਦੇ ਵਿੱਚ ਜਾ ਕੇ ਹੈਕਿੰਗ ਕੀਤੀ ਸੀ, ਤੇ ਉਸ ਤੋਂ ਬਾਅਦ ਇਹਨੇ ਮਤਲਬ ਕਿ ਕਾਫੀ ਪੈਸਾ ਜਿਹੜਾ ਉਹ ਮਾਰ ਲਿਆ। ਉਸ ਤੋਂ ਬਾਅਦ ਜਿਹੜਾ ਇੱਕ ਹੋਰ ਮਾਮਲਾ ਨਿਕਲਿਆ ਤਕਰੀਬਨ 7.37 ਮਤਲਬ ਕਿ 7 ਕਰੋੜ 37 ਲੱਖ ਰੁਪਏ ਦਾ, ਇਹਦੀ ਸਰਕਾਰੀ ਪੋਰਟਲ ਤੋਂ ਹੀ ਇਹਨੇ ਕੀਤਾ ਸੀ। ਹੁਣ ਨਿਕਲਦਾ ਸਰ ਇਹ ਆ ਰਿਹਾ ਵਾ ਕਿ ਜਿਹੜੀ ਵਿਰੋਧੀ ਧਿਰ ਆ ਉਹ ਕਹਿੰਦੀ ਕਿ ਇਹ ਬੰਦਾ ਇੱਥੇ ਨਹੀਂ ਖਲੋਤਾ, ਇਸ ਬੰਦੇ ਨੇ ਸਰਕਾਰੀ ਪੋਰਟਲਾਂ ਦੇ ਵਿੱਚੋਂ 6,000 ਕਰੋੜ ਰੁਪਇਆ ਚੁਰਾਇਆ, ਜਿਹਦੇ ਵਿੱਚ ਜਨ ਧਨ ਖਾਤੇ ਆ। ਜਿਹੜਾ ਪ੍ਰਧਾਨ ਸੇਵਕ ਜੀ ਸਾਡੇ ਹਿੰਦੂ ਹਿਰਦੇ ਸਮਰਾਟ ਮਾਨਯੋਗ ਨਰਿੰਦਰ ਦਮੋਦਰ ਦਾਸ ਜੀ ਮੋਦੀ ਕਹਿੰਦੇ ਹੁੰਦੇ ਆ ਕਿ ਜਨ ਧਨ ਖਾਤੇ ਮਤਲਬ ਕਿ ਸਾਡੀ ਪ੍ਰਾਪਤੀ ਆ, 60 ਨੇ ਜਾਂ 65 ਕਰੋੜ ਨੇ ਸਮਥਿੰਗ ਇਹ ਕਰਿਆ। ਤਾਂ ਉਹਦੇ ਵਿੱਚੋਂ ਕਹਿੰਦੇ ਕਿ 2 ਰੁਪਏ ਇਹਨਾਂ ਨੇ ਚੁਰਾਏ। ਇਹ ਮੈਂ ਨਹੀਂ ਕਹਿ ਰਿਹਾ, ਕੁਮਾਰ ਸਵਾਮੀ ਜਿਹੜਾ ਮੁੱਖ ਮੰਤਰੀ ਰਿਹਾ ਜਿਹਨੂੰ ਲਾਇਆ ਗਿਆ ਸੀਗਾ, ਤਾਂ ਉਹ ਕਹਿ ਰਹੇ ਯੇਦੀਯੂਰੱਪਾ ਦੇ ਬੇਟੇ ਜਿਹੜੇ। ਸੋ ਇਹ ਹੁਣ ਮਾਮਲਾ ਕਿੱਥੇ ਰੁਕੇਗਾ ਕੋਈ ਸਮਝ ਨਹੀਂ ਆ ਰਹੀ, ਬਲਕਿ ਉੱਥੇ ਦੀ ਸਰਕਾਰ ਵਾਸਤੇ ਫਤਵਾ ਬਣ ਗਈ ਆ ਗ੍ਰਿਫਤਾਰੀ ਉਹਨਾਂ ਨੇ ਕੀਤੀ ਆ। ਪਰ ਉਹ ਗ੍ਰਿਫਤਾਰੀ ਹੁਣ ਉਲਟਾ ਇੰਨੀ ਜ਼ਿਆਦਾ ਪੈ ਗਈ ਆ ਕਿ ਸਫਾਈ ਜਿਹੜੀ ਹੈ ਦਿੱਤੀ ਮਤਲਬ ਕਿ ਸਟੈਬਲਿਸ਼ ਨਹੀਂ ਹੋ ਰਹੀ। ਸੋ ਇਹ ਆ ਕਿ
ਇਹ ਹੈਂਕਰ ਜਿਹੜਾ ਸੀਗਾ ਇਹਨੇ ਬਹੁਤ ਵੱਡੇ ਪੱਧਰ ਤੇ ਹੱਥ ਮਾਰਿਆ। ਹੁਣ ਇਹ ਜਿਹੜਾ ਫਿਗਰ ਦੇ ਰਹੇ ਨੇ 6000 ਕਰੋੜ ਦਾ, ਉਹ ਹੈ ਜਾਂ ਨਹੀਂ ਹੈ, ਪਰ ਇਨਵੈਸਟੀਗੇਸ਼ਨ ਹੋਵੇ ਤਾਂ ਬਹੁਤ ਕੁਝ ਨਿਕਲ ਸਕਦਾ ਹੈ। वॉइस ऑफ सिटी 1320 AM चावला न्यूज़ नेटवर्क टोरंटो। अगला मेरा सवाल आखिरी सवाल है वैसे तो अज के प्रोग्राम का। अकाली दल ने खटड़ा ते सवाल चुके ने, उस तो पहला दल बदलियां बारे भी वेख लीए। आम आदमी पार्टी लीड लैंदी नज़र आई है। आम आदमी पार्टी दे कुछ मतलब सुरां तुहानूं पता ही है जिस तरीके नाल दिखाई दित्तियां ने, ਤੇ ਉਹਨਾਂ ਨੇ ਆਪਣੇ ਕੁਝ ਅਨਾਉਂਸਮੈਂਟ ਕਰ ਦਿੱਤੀ। ਸਵਾਲ ਆਇਆ ਕਿ ਕੁਝ ਨੂੰ ਟਿਕਟਾਂ ਪਹਿਲਾਂ ਵੰਡ ਦਿੱਤੀਆਂ ਨੇ ਵੀ ਕਿਤੇ ਵੇਖ ਹੀ ਨਾ ਕਿਤੇ ਪਾਸਾ ਪਲਟਦੇ ਹੋਣ। ਕੀ ਲੱਗਦਾ ਤੁਹਾਨੂੰ? ਆਗੇ ਚੋਵਾ ਪਾਇਆ ਜਾ ਰਿਹਾ ਵਾ ਕਿ ਭਾਈ ਉੱਡੇ ਨਾ। ਤੇ ਦੇਖੋ ਗੱਲ ਇਹ ਹੈ ਕਿ ਕਈ ਵਾਰ ਛਤਰੀ ਲੈ ਕੇ ਵੀ ਬੰਦਾ ਵੇਖਿਆ ਨਾ, ਆਪਾਂ ਜਦੋਂ ਛਤਰੀ ਲਾਈ ਹੁੰਦੀ ਹੈ ਜਾਂ ਜਾਲ ਲਾਇਆ ਹੁੰਦਾ, ਜਾਲ ਲੈ ਕੇ ਵੀ ਉੱਡ ਜਾਂਦੇ ਆ। ਹਾਂ ਬਿਲਕੁਲ, ਹਾਂਜੀ। ਸੋ ਇਹ ਪਤਾ ਨਹੀਂ ਹੈ ਇਹ ਗੱਲ ਨੂੰ ਕੀ ਬਣੇਗਾ। ਬਾਕੀ ਦੇਖੋ ਹਰੇਕ ਟੀਮ ਦੀ ਜਾਂ ਹਰੇਕ ਆਪਣੀ ਜਿਹੜੀ ਸਿਆਸੀ ਧਿਰ ਆ ਉਹਦੀ ਇੱਕ ਸਟ੍ਰੈਟਜੀ ਹੁੰਦੀ ਆ। ਇਹਨਾਂ ਨੇ ਇੱਕ ਨਵੀਂ ਸਟ੍ਰੈਟਜੀ ਤਿਆਰ ਕੀਤੀ ਹੈ ਕਿ ਹੋਰ ਨੁਕਸਾਨ ਨਾ ਹੋਵੇ, ਹੋਰ ਡੈਮੇਜ ਨਾ ਹੋਵੇ, ਅਸੀਂ ਟਿਕਟਾਂ ਦੇ ਦਈਏ। ਪਰ ਸਭ ਤੋਂ ਵੱਡੀ ਗੱਲ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ 5 ਸਾਲ ਤੁਹਾਡੇ ਨਾਲ ਕੋਈ ਬੰਦਾ ਰਿਹਾ ਹੋਵੇ, ਤੁਹਾਡੇ ਦਲ 'ਚ ਰਿਹਾ ਹੋਵੇ, ਤੁਹਾਡੀ ਵਿਚਾਰਧਾਰਾ 'ਚ ਰਿਹਾ ਹੋਵੇ, ਤਾਂ ਐਨ ਮੌਕੇ ਤੇ ਉਹ ਬੰਦਾ ਤੁਹਾਨੂੰ ਛੱਡ ਕੇ ਜਾ ਰਿਹਾ ਹੈ, ਭਰਿਆ ਭਰਾਇਆ ਮੇਲਾ ਛੱਡ ਕੇ ਜਾ ਰਿਹਾ। ਇਹਦਾ ਮਤਲਬ ਇਹ ਹੈ ਕਿ ਤੁਹਾਡੀ ਵਿਚਾਰਧਾਰਾ ਉਹਦੀ ਰੂਹ ਤੇ ਨਹੀਂ ਨਿਕਲੀ, ਤੁਸੀਂ ਉਹਨੂੰ ਸਿਧਾਂਤਵਾਦੀ ਨਹੀਂ ਬਣਾ ਸਕਦੇ, ਨਹੀਂ ਬਣਾ। ਹਾਲਾਂਕਿ ਇਹ ਸੱਚ ਆ ਕਿ ਭਰਾ ਵੀ ਭਰਾ ਨੂੰ ਨਹੀਂ ਸਿਖਾ ਪਾਉਂਦਾ। ਕਈ ਵਾਰ ਬਾਪ ਵੀ ਆਪਣੇ ਬੇਟੇ ਨੂੰ ਉਹ ਸਿੱਖਿਆਵਾਂ ਨਹੀਂ ਦੇ ਪਾਉਂਦਾ ਜੋ ਚਾਹੁੰਦਾ ਹੈ ਕਿ ਉਹ ਗ੍ਰਹਿਣ ਕਰੇ। ਇਹ ਸੱਚ ਹੈ, ਹਕੀਕਤ। ਬਿਲਕੁਲ 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 ਬਿਲਕੁਲ। ਪਰ ਗੱਲ ਇਹ ਹੈ ਕਿ ਇੱਕ ਵਿਚਾਰਧਾਰਾ ਦੇ ਵਿੱਚ ਤੁਸੀਂ ਜਾਨੀ ਇੱਕ ਤੇ ਇਹ ਆ ਕਿ ਸਾਡੇ ਪੰਜਾਬੀ ਮੌਕਾ ਪ੍ਰਤਿਆ ਬਹੁਤ ਜ਼ਿਆਦਾ ਮੰਨਣਾ ਪਏਗਾ, ਜਿਹਦੇ ਤੋਂ ਇਹ ਚੀਜ਼ ਨਿਕਲ ਰਹੀ ਹੈ। ਕਿਉਂਕਿ ਰਾਜਨੀਤਿਕ ਬੰਦੇ ਜਿਹੜੇ ਸਾਡੇ ਸਮਾਜ ਦਾ ਹੀ ਹਿੱਸਾ ਨੇ। ਸਾਨੂੰ ਜਿੱਥੇ ਮੌਕਾ ਮਿਲਿਆ ਅਸੀਂ ਚੌਕਾ ਮਾਰਨਾ ਹੀ ਮਾਰਨਾ। ਮਾਫ ਕਰਨਾ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਬਹੁਤੇ ਸਾਡੇ ਪੰਜਾਬੀ ਦਾਲ ਆਉਂਦੇ ਇਸ ਟਾਈਮ। ਤਾਂ ਇਹ ਬੰਦੇ ਜਿਨ੍ਹਾਂ ਨੂੰ ਮੈਂ ਸਮਝਦਾ, ਦੇਖੋ ਮੇਰਾ ਕੋਈ ਆਮ ਆਦਮੀ ਪਾਰਟੀ ਦੇ ਨਾਲ ਲੱਲਾ ਖੱਖਾ ਨਹੀਂ ਗਾ। ਆਪਾਂ ਜਿੱਥੇ ਆਲੋਚਨਾ ਕਰਨੀ, ਆਲੋਚਨਾ ਜਿੱਥੇ ਸਿਫਤ ਕਰਨੀ ਹੈ ਆਜ਼ਾਦਾਨਾ ਤਰੀਕੇ ਨਾਲ ਕਰਨੇ ਆ। ਪਰ ਇੱਕ ਪਾਰਟੀ ਨੇ ਤੁਹਾਨੂੰ ਇੰਨਾ ਕੁਛ ਦਿੱਤਾ, ਮੈਂ ਫਿਰ ਨਿੱਜੀ ਜ਼ਿੰਦਗੀ 'ਚ ਨਹੀਂ ਜਾਂਦਾ। ਜੇ ਇਹਨਾਂ ਦੇ ਏਰੀਏ 'ਚ ਜਾ ਕੇ ਪੁੱਛੋਗੇ ਤਾਂ ਕੀ ਕਹਿੰਦੇ, ਤੁਸੀਂ ਪੁੱਛ ਲਿਓ ਜਾ ਕੇ। ਅੱਛਾ, ਉਸ ਬੰਦੇ ਨੂੰ ਜਿਹਨੂੰ ਸ਼ਾਇਦ ਆਪਣੇ ਪਿੰਡ ਤੋਂ ਜਾਂ 2-4 ਪਿੰਡਾਂ ਤੋਂ ਪਾਸੇ ਜਾਂ ਕੋਈ ਜਾਂਦਾ MLA ਬਣਾ ਦਿੱਤਾ। ਸੰਦੋਆ ਜਿਹੜਾ ਟੈਕਸੀ ਸਟੈਂਡ ਤੇ ਟੈਕਸੀ ਚਲਾਉਂਦਾ ਸੀ, ਕਿਰਤ ਮਾੜੀ ਨਹੀਂ ਹੈ, ਬਿਲਕੁਲ, ਉਹਨੂੰ ਕਿੱਥੇ ਪਹੁੰਚਾ ਦਿੱਤਾ। ਆ ਬੀਬੀ ਰੂਬੀ ਆ ਸਾਡੇ ਬਠਿੰਡੇ ਵਾਲੀ ਰੂਰਲ, ਮੈਨੂੰ ਨਹੀਂ ਲੱਗਦਾ ਪੂਰਾ ਪਿੰਡ ਹੀ ਜਾਣਦਾ ਹੋਏਗਾ ਕਿ ਸਾਡੀ ਇਹ ਕੁੜੀ ਜਿਹੜੀ ਉਹ ਮਤਲਬ ਕਿ ਕਿੰਨਾ ਪੜ੍ਹੀ ਆ। ਬੀਬੀ ਰੂਬੀ ਨੂੰ ਕਿੱਥੇ ਪਹੁੰਚਾ ਦਿੱਤਾ। ਆ ਬਲਜਿੰਦਰ ਕੌਰ ਜੀ ਦਾ ਪਿਤਾ ਕਿੰਨੇ ਚਿਰ ਤੋਂ ਸੰਘਰਸ਼ਸ਼ੀਲ ਸੀਗਾ ਕਿ ਮੇਰੇ ਪੈਰ ਲੱਗ ਜਾਣ ਰਾਜਨੀਤੀ। ਨਹੀਂ ਵਟਿਆ ਗਿਆ ਜੀ, ਨਹੀਂ ਵਟਿਆ ਗਿਆ। SPPC ਚੋਣ ਲੜ, ਕੋਈ ਲੜ, ਆ ਦੇਖ ਲਓ ਕਿੱਥੇ ਚੱਲ ਰਹੀ। ਮਤਲਬ ਕਿ ਪਾਰਟੀ ਨੇ ਬਹੁਤ ਕੁਛ ਦਿੱਤਾ, ਪਰ ਉਹ ਖੂਬਸੂਰਤ ਚੀਜ਼ਾਂ ਨੇ ਮੌਕਾ ਪ੍ਰਸਤੀ। ਅੱਜ ਪਤਾ ਲੱਗਿਆ ਕਿ ਯਾਰ ਇੱਥੇ ਹਾਰ ਜਾਵਾਂਗੇ ਜਾਂ ਟਿਕਟ ਨਹੀਂ ਦੇਣਗੇ ਤਾਂ ਉਹਨੇ ਮੌਕਾ ਸੰਭਾਲ ਲਿਆ। ਪਰ ਇਹਦੇ ਵਿੱਚ ਸਾਫ਼ ਤੌਰ ਤੇ ਆ ਕਿ ਸੇਵਾ ਜਾਂ ਪੰਜਾਬ ਇਹ ਸਾਰੀਆਂ ਗੱਲਾਂ ਕਹਿਣ ਦੀਆਂ ਨੇ। ਬਿਲਕੁਲ ਬਿਲਕੁਲ, ਇਹ ਸਾਰੀਆਂ ਗੱਲਾਂ ਕਹਿਣ ਦੀਆਂ ਨੇ। ਸੋ ਪਾਰਟੀ ਦੀ, ਮੈਂ ਪਾਰਟੀ ਨੂੰ ਵੀ ਬੜੀ ਨਹੀਂ ਕਰਦਾ ਇਸ ਮਾਮਲੇ 'ਚ ਕਿ ਤੁਸੀਂ ਇਨਕਲਾਬ ਦਾ ਇੱਕ ਸੁਪਨਾ ਸਜੋ ਕੇ ਆਏ ਸੀ, ਉਹ ਸੁਪਨਾ ਤੁਸੀਂ ਪਸਾਰਿਆ। ਬਸ ਤੁਹਾਡਾ ਇਨਕਲਾਬ ਇੰਨਾ ਕਮਜ਼ੋਰ ਤੇ ਇੰਨਾ ਜ਼ਿਆਦਾ ਕਹਿ ਲਓ ਕਿ ਇਸ ਵੇਲੇ ਤਰਕਹੀਣ ਜਾਪਦਾ ਵਾ ਕਿ ਤੁਹਾਡੇ ਬੰਦੇ ਤੁਹਾਡੀਆਂ ਟਿਕਟਾਂ ਲੈ ਕੇ 5 ਸਾਲ ਰਾਜ ਕਰਕੇ ਐਸ਼ੋ ਇਸ਼ਰਤ ਕਰਕੇ ਉਹਦੇ ਤੇ ਖੜ ਨਹੀਂ ਸਕੇ। ਖੜ ਨਹੀਂ ਸਕੇ ਦਾ ਮਤਲਬ ਇਹ ਕਿ ਤੁਹਾਡੀ ਆਈਡੀਓਲੋਜੀ, ਹੁਣ ਤੁਸੀਂ RSS ਵਾਲੇ ਬੰਦੇ ਤੋੜ ਕੇ ਦਿਖਾ ਦਿਓ ਮੈਨੂੰ, ਬਿਲਕੁਲ ਤੋੜ ਕੇ ਦਿਖਾ ਦਿਓ। ਆ ਭਾਜਪਾ ਦੇ 2 MLA ਆ ਭਾਜਪਾ ਦੇ 2 MLA ਸਾਡੇ ਅਲੋਰ ਤੋਂ ਆ, ਨਾਰੰਗ ਜਿਹਨਾਂ ਦੀ ਕੁੱਟਮਾਰ ਹੋਈ ਸੀ ਮਲੋਟ ਦੇ ਵਿੱਚ, ਇੱਕ ਦਿਨੇਸ਼ ਬੱਬੂ ਆ। 5 ਸਾਲਾਂ 'ਚ ਤੋੜ ਕੇ ਦਿਖਾਤਾ ਇਹਨਾਂ ਨੇ। ਆਈ ਇਹਨੂੰ ਕਹਿੰਦੇ ਆਈਡੀਓਲੋਜੀ। ਉਹ ਖੜੇ ਨੇ ਆਪਣੇ ਉਹ ਕੁੱਟਾਂ ਖਾਂਦੇ ਪਏ ਨੇ, ਕੁੱਟਾਂ ਖਾਂਦੇ ਪਏ ਨੇ, ਦਲੀਲ ਹੁੰਦਾ ਨਹੀਂ ਪਰ ਖਲੋਤੇ ਆਪਣੀ ਵਿਚਾਰਧਾਰਾ ਦੇ। ਤੁਸੀਂ ਮੰਨੋ ਤਾਂ ਉਹਨਾਂ ਨੂੰ ਜੋ ਮਰਜ਼ੀ ਮੰਨੋ,
ਪਰ ਉਹਨਾਂ ਦੀ ਇੱਕ ਵਿਚਾਰਧਾਰਾ ਉਹਦੇ ਤੇ ਗਰੇਵਾਲ ਨੂੰ ਪਤਾ ਉਹਨੂੰ ਕਹਿੰਦਾ ਤੁਸੀਂ ਮੈਨੂੰ ਬੜੀਆਂ ਗਾਲਾਂ ਕੱਢਦੇ ਪਰ ਮੈਂ ਖਲੋਤਾ, ਮੇਰਾ ਸਟੈਂਡ ਸਟਾਂਸ ਹੈ। ਤਾਂ ਇਹਨਾਂ ਦਾ ਸਟੈਂਡ ਸਟਾਂਸ ਕੀ ਆ? ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਪਾਰਟੀ ਦੀ ਵਿਚਾਰਧਾਰਾ 'ਚ ਕਿਤੇ ਨਾ ਕਿਤੇ ਕੋਈ ਕਮੀ ਹੋ ਸਕਦੀ ਹੈ, ਜਾਂ ਕਹਿ ਲਓ ਕਿ ਇਹਨਾਂ ਦੀ ਲੀਡਰਸ਼ਿਪ 'ਚ ਕਿਤੇ ਨਾ ਕਿਤੇ ਕਮੀ ਹੋ ਸਕਦੀ ਹੈ ਕਿ ਐਨ ਮੌਕੇ ਤੇ ਬੰਦੇ ਭੱਜ ਰਹੇ ਔਰ ਉਹਨਾਂ ਨੂੰ ਰੋਕਣ ਵਾਸਤੇ ਟਿਕਟਾਂ ਦਿੱਤੀਆਂ ਜਾ ਰਹੀਆਂ ਜਿਹੜੀਆਂ ਸ਼ਾਇਦ ਕਦੇ ਕਹਿ ਸਕਦੇ ਆ ਕਿ ਸੋਚ ਕੇ ਦੇਣ ਵਾਲੀਆਂ ਹੋਣਗੀਆਂ ਕਿ ਪਤਾ ਨਹੀਂ ਜਿੱਤੇਗਾ ਕਿ ਨਹੀਂ ਜਿੱਤੇਗਾ। ਬਿਲਕੁਲ ਬਿਲਕੁਲ ਇਹੀ ਪੁਆਇੰਟ ਪੜਨਾ ਸੀਗਾ। ਚਲੋ ਖਟੜਾ ਸਾਹਿਬ ਤੇ ਜਿਹੜੇ ਸਵਾਲ ਚੁੱਕੇ ਗਏ ਨੇ ਆਪਾਂ ਵਾਈਂਡ ਅਪ ਕਰੀਏ। ਹਾਂ ਜੀ, ਦੇਖੋ ਖੱਟੜਾ ਸਾਹਿਬ ਰਣਜੀਤ ਸਿੰਘ ਖੱਟੜਾ ਜਿਨ੍ਹਾਂ ਦੇ ਸਪੁੱਤਰ ਨੇ ਇਲੈਕਸ਼ਨ ਵੀ ਲੜਿਆ ਸੀਗਾ, ਬੀਤੇ ਦਿਨ ਉਹਨਾਂ ਨੇ ਅਸਤੀਫਾ ਦੇ ਦਿੱਤਾ। ਅਕਾਲੀ ਦਲ ਬਾਦਲ ਤੋਂ ਤਾਂ ਹੁਣ ਅਕਾਲੀ ਦਲ ਬਾਦਲ ਵਾਲੇ ਇਹ ਕਹਿ ਰਹੇ ਆ ਕਿ ਰਣਜੀਤ ਸਿੰਘ ਖੱਟੜਾ ਗਵਾਹ ਤਿਆਰ ਕਰ ਰਹੇ ਆ। ਇੱਕ ਬੀਬੀ ਮੂਸਾ ਹੈਗੇ, ਮੈਂ ਤੋਂ ਵਿਰੇਜ ਕਰੂੰਗਾ ਕਿ ਆਉਂਦਾ ਰਿਕਾਰਡ ਜਦੋਂ ਸਾਰਾ ਕੁਝ ਆ ਗਿਆ ਫਿਰ ਦੇਖਦੇ ਆ। ਤਾਂ ਉਹ ਕਹਿ ਰਹੇ ਨੇ ਕਿ ਇਹਨਾਂ ਨੇ ਮੀਟਿੰਗ ਕੀਤੀ ਸੀ ਡੇਰਾ ਪ੍ਰੇਮੀਆਂ ਦੇ ਨਾਲ, ਸੁਖਬੀਰ ਬਾਦਲ ਨੇ ਵਗੈਰਾ ਵਗੈਰਾ, ਤੇ ਦੱਸ ਰਹੇ ਆ ਕਿ ਰਣਵੀਰ ਸਿੰਘ ਖੱਟੜਾ ਇੱਕ ਭੂਮਿਕਾ ਅਦਾ ਕਰ ਰਿਹਾ ਹੈ। ਤਾਂ ਇਹ ਗਰਾਊਂਡ ਤਿਆਰ ਕੀਤਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਕਥਿਤ ਤੌਰ ਤੇ ਨਜਾਇਜ਼ ਇਸ ਮਾਮਲੇ ਵਿੱਚ ਫਸਾ ਦਿੱਤਾ ਜਾਵੇ, ਬੇਅਦਬੀਆਂ ਦੇ ਮਾਮਲੇ ਦੇ ਵਿੱਚ। ਤਾਂ ਉਹ ਕਹਿੰਦੇ ਆ ਕਿ ਇਹ ਜਿਹੜੀ ਮੀਟਿੰਗ ਹੋਈ ਹੈ ਉਹ ਵੀ ਉਹਨਾਂ ਨੇ ਦੱਸ ਦਿੱਤਾ ਕਿ ਕਿਸ ਭਵਨ ਦੇ ਵਿੱਚ ਮੀਟਿੰਗ ਹੋਈ ਹੈ। CCTV ਫੁਟੇਜ ਕੱਢ ਕੇ ਦੇਖ ਲਓ, ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਸਨ। SIT ਦੇ ਨਾਲ ਇਹਨਾਂ ਦੀ ਇਹ ਸਾਰੀ ਬੈਠਕ ਹੋਈ ਹੈ, ਮੀਟਿੰਗ ਹੋਈ ਹੈ। ਪਰ ਸਵਾਲ ਤੇ ਵੱਡਾ ਉੱਠੇਗਾ ਨਾ ਕਿ ਰਣਜੀਤ ਸਿੰਘ ਖੱਟੜਾ ਪਹਿਲਾਂ ਉਹ ਤੁਹਾਡੇ ਵਾਲੀ SIT ਦੇ ਵਿੱਚ ਸਨ ਤੇ ਉਹਦੇ ਵਿੱਚ ਆ ਗਿਆ ਤੇ ਨਿਆਂ ਨਹੀਂ ਮਿਲਿਆ ਆ। ਫਿਰ ਉਹ ਕਾਂਗਰਸ ਵਾਲੀ SIT ਦੇ ਵਿੱਚ ਆ ਗਏ, ਫਿਰ ਕਿਹਾ ਗਿਆ ਕਿ ਨਹੀਂ ਨਿਆਂ ਉਹਨਾਂ ਤੋਂ ਫਿਰ ਵੀ ਨਹੀਂ ਹੋਇਆ। ਹੁਣ ਤੁਸੀਂ ਕਹਿ ਰਹੇ ਕਿ ਉਹ ਧੱਕਾ ਕਰ ਸਕਦੇ ਆ ਜੀ, ਉਹ ਮਤਲਬ ਕਿ ਇਹਨਾਂ ਦੇ ਨਾਲ ਰਲ ਕੇ ਉਹਨਾਂ ਦੇ ਮੁੰਡੇ ਦਾ ਅਸਤੀਫਾ ਦੇ ਦੇਣਾ, ਇਹ ਸਾਰਾ ਕੁਛ ਮਤਲਬ ਕਿ ਜਦ ਟਿਕਟ ਦਿੱਤੀ ਗਈ ਕੀ ਸਮਝਿਆ ਜਾਵੇ ਉਹਨੂੰ। ਤਾਂ ਜਦ ਅੱਜ ਤੁਹਾਨੂੰ ਇਹ ਲੱਗਦਾ ਕਿ ਉਹ ਬੰਦਾ ਸਰਕਾਰ ਦੇ ਹੱਥਾਂ ਤੇ ਚੜ੍ਹ ਕੇ ਸਾਡੇ ਉਲਟ ਭੁਗਤ ਸਕਦਾ, ਤਾਂ ਇਹਦਾ ਮਤਲਬ ਹੈ ਕਿ ਸਰਕਾਰ ਭੁਗਤਾ ਦਿੰਦੀ ਹੈ। ਸਰਕਾਰ ਜਿਹੜੀ ਹੈ ਇਹ ਤਾਂ ਫਿਰ ਸੱਚ ਹੈ ਨਾ, ਬੇਅਦਬੀ ਕਿਹਨ ਕਰਵਾਈ ਆ ਉਹ ਤਾਂ ਸਾਰੇ। ਹੁਣ ਜੇ ਤੁਸੀਂ ਬਿੱਟੂ ਦੀ ਡਾਇਰੀ ਪੜ੍ਹ ਲਓ, ਇਹ ਲੱਗਦਾ ਕਿ ਕਹਾਣੀ ਕੁਛ ਹੋਰ ਹੈ। ਜੇ ਤੁਸੀਂ ਪ੍ਰੇਮੀਆਂ ਦੇ ਪੱਖ ਸੁਣ ਲਓ ਕਹਾਣੀ ਕੁਛ ਹੋਰ ਹੈ, ਅਕਾਲੀਆਂ ਦੇ ਪੱਖ ਸੁਣ ਲਓ ਕਹਾਣੀ ਕੁਛ ਹੋਰ ਹੈ। ਠੀਕ ਹੈ ਨਾ, ਏਦਾਂ ਹੀ ਜਾਪਦਾ ਹੈ। ਪਰ ਕਿੰਨਾ ਕੀਤਾ ਉਹ ਲੱਭਣਾ ਤਾਂ ਤੁਹਾਡਾ ਫਰਜ਼ ਸੀਗਾ ਨਾ, ਬਿਲਕੁਲ ਤੁਸੀਂ ਸਾਬਤ ਕਰਦੇ ਇਸ ਚੀਜ਼ ਨੂੰ। ਸੋ ਕਹਿਣ ਦਾ ਮਤਲਬ ਹੈ ਕਿ ਜੇ ਤੁਸੀਂ ਮੰਨਦੇ ਹੋ ਕਿ ਅਕਸਰ ਭੁਗਤਾਏ ਜਾਂਦੇ ਆ ਜਾਂ ਭੁਗਤਦੇ ਆ ਸਰਕਾਰਾਂ ਦੇ ਹੱਕ ਦੇ ਵਿੱਚ, ਤਾਂ ਫਿਰ 10 ਸਾਲ ਉਹ ਭੁਗਤੇ ਨਾ ਹੋਣਗੇ, ਇਹਦੀ ਵੀ ਕੋਈ ਗਰੰਟੀ ਨਹੀਂ ਹੈ। ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਸੋਮਵਾਰ ਨੂੰ। ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।